ਵੈਲਕਮ ਮਾਈ ਡੀਅਰ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪਾਇਥਾਗੋਰਸ ਥਿਓਰਮ ਨੂੰ ਪ੍ਰੂਵ ਕਰਨ ਜਾ ਰਹੇ ਹਾਂ। ਠੀਕ ਹੈ ਜੀ, ਤੇ ਤੁਹਾਡੇ ਸਿਲੇਬਸ ਦੀ ਬਹੁਤ ਹੀ ਇੰਪੋਰਟੈਂਟ ਥਿਓਰਮ ਹੈ। ਚਲੋ ਆਓ ਇਹਦੀ ਸਟੇਟਮੈਂਟ ਦੇਖਦੇ ਹਾਂ। ਇਨ ਅ ਰਾਈਟ ਟ੍ਰਾਇੰਗਲ ਸਮਕੋਣੀ ਤਿਕੋਣ ਦੇ ਵਿੱਚ ਦ ਸਕੇਅਰ ਆਫ ਹਾਈਪੋਟੇਨਿਊਜ਼ ਕर्ण ਦਾ ਵਰਗ ਇਜ਼ ਇਕੁਅਲ ਟੂ ਦਾ ਸਮ ਆਫ ਸਕੇਅਰਸ ਆਫ ਦਾ ਅਦਰ ਟੂ ਸਾਈਡਸ। ਬਾਕੀ ਦੋ ਭੁਜਾਵਾਂ ਦੇ ਵਰਗਾਂ ਦੇ ਜੋੜ ਦੇ ਬਰਾਬਰ ਹੁੰਦਾ। ਠੀਕ ਹੈ, ਤਾਂ ਇਹ ਜਿਹੜੀ ਥਿਓਰਮ ਹੈ ਬੇਟੇ ਆਪਾਂ 6ਵੀਂ 7ਵੀਂ ਤੋਂ ਯੂਜ਼ ਕਰਦੇ ਆ ਰਹੇ ਹਾਂ, ਹੈ ਨਾ। ਪਰ ਆਪਾਂ ਪ੍ਰੂਫ ਕਦੇ ਨਹੀਂ ਸੀ ਕੀਤੀ। 6ਵੀਂ 7ਵੀਂ ਦੇ ਵਿੱਚ ਆਪਾਂ ਕਿਵੇਂ ਯਾਦ ਕੀਤੀ ਸੀ ਕਿ ਜਿਹੜਾ ਕर्ण ਦਾ ਸਕੇਅਰ ਹੈ ਉਹ ਹੁੰਦਾ ਲੰਬ ਦਾ ਸਕੇਅਰ ਪਲੱਸ ਆਧਾਰ ਦਾ ਸਕੇਅਰ। ਆਪਾਂ ਇਹਨੂੰ ਇੱਦਾਂ ਬਹੁਤ ਵਾਰੀ ਸਮਸ ਦੇ ਵਿੱਚ ਯੂਜ਼ ਕੀਤਾ, 8th ਦੇ ਵਿੱਚ ਵੀ 7th ਦੇ ਵਿੱਚ ਵੀ, ਹੈ ਨਾ। ਅਤੇ ਹੁਣ ਆਪਾਂ ਇਸ ਨੂੰ ਪ੍ਰੂਫ ਕਰ ਰਹੇ ਹਾਂ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਬੇਟਾ ਥਿਓਰਮ ਨੂੰ। ਤਾਂ ਦਿੱਤਾ ਕੀ ਹੋਇਆ ਸਾਨੂੰ, ਇਨ ਅ ਰਾਈਟ ਟ੍ਰਾਇੰਗਲ। ਇਹਦਾ ਮਤਲਬ ਇੱਕ ਸਮਕੋਣੀ ਤਿਕੋਣ ਆਪਾਂ ਨੂੰ ਆਲਰੇਡੀ ਗਿਵਨ ਹੈ। ਤਾਂ ਇੱਥੇ ਇੱਕ ਸਮਕੋਣੀ ਤਿਕੋਣ ਬਣਾਓ। ਬੇਟਾ ਜਦੋਂ ਵੀ ਥਿਓਰਮ ਲਿਖਦੇ ਹੋ ਤੁਹਾਡੀ ਫਿਗਰ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਕੋਣ ਇੱਕ 90 ਦਾ ਵੀ ਹੋਊਗਾ ਕਿਉਂਕਿ ਸਮਕੋਣੀ ਹੈ। ਨਾਮ ਦੇਵਾਂਗੇ ਇਹਨੂੰ। ਤੇ ਇਸ ਤੋਂ ਇਲਾਵਾ ਸਾਨੂੰ ਇਸ ਸਟੇਟਮੈਂਟ ਦੇ ਥਰੂ ਕੁਝ ਵੀ ਪਤਾ ਨਹੀਂ ਲੱਗ ਰਿਹਾ। ਠੀਕ ਹੈ, ਇਨ ਏ ਰਾਈਟ ਟ੍ਰਾਇੰਗਲ ਇੰਨਾ ਕੁ ਲਿਖਿਆ ਹੋਇਆ, ਤਾਂ ਇਹੀ ਆਪਾਂ ਇਸ ਦੇ ਗਿਵਨ 'ਚ ਲਿਖਾਂਗੇ। ਗਿਵਨ ਦਿੱਤਾ ਹੈ ਇੱਕ ਸਮਕੋਣੀ ਤ੍ਰਿਭੁਜ ABC ਜਿਸ ਵਿੱਚ ਕੋਣ B ਬਰਾਬਰ ਹੈ 90 ਡਿਗਰੀ। ਠੀਕ ਹੈ ਜੀ, ਅ ਰਾਈਟ ਟ੍ਰਾਇੰਗਲ ABC in which angle B is 90 ਡਿਗਰੀ। ਗਿਵਨ ਕਲੀਅਰ ਹੋ ਗਿਆ ਜੀ। ਹੁਣ ਹੈਗਾ ਆਪਣੇ ਕੋਲੇ ਟੂ ਪ੍ਰੂਵ ਕਿ ਸਿੱਧ ਕੀ ਕਰਨਾ ਹੈ। ਸਿੱਧ ਆਪਾਂ ਕਰਨਾ ਹੈ ਕਿ 90 ਦੇ ਸਾਹਮਣੇ ਜੋ ਸਾਈਡ ਹਾਈਪੋਟੇਨਿਊਜ਼ ਹੈ ਉਹਦਾ ਸਕੇਅਰ AC ਸਕੇਅਰ ਇਜ਼ ਇਕੁਅਲ ਟੂ ਲੰਬ ਦਾ ਸਕੇਅਰ ਪਲੱਸ ਆਧਾਰ ਦਾ ਸਕੇਅਰ। ਲੰਬ ਕੀ ਹੈ ਆਪਣੇ ਕੋਲ AB ਤੇ ਆਧਾਰ ਕੀ ਹੈ BC। ਇਹਨਾਂ ਦੇ ਸਕੇਅਰਸ ਦਾ ਸਮ ਦਿੱਤਾ ਹੈ, ਸਿੱਧ ਕਰਨਾ ਹੈ। ਸਮਝ ਆ ਗਿਆ। ਇਸ ਤੋਂ ਬਾਅਦ ਲਿਖਦੇ ਹੁੰਦੇ ਆਪਾਂ ਬੇਟਾ ਜੀ ਕੰਸਟਰਕਸ਼ਨ। ਜੇ ਆਪਾਂ ਆਪਣੀ ਫਿਗਰ ਦੇ ਵਿੱਚ ਕੁਝ ਚੇਂਜਿਸ ਕਰਦੇ ਹਾਂ ਤਾਂ ਉਹਨੂੰ ਰਚਨਾ ਦੇ ਤੌਰ 'ਤੇ ਲਿਖਦੇ ਹਾਂ। ਠੀਕ ਹੈ, ਤਾਂ ਹੁਣ ਆਪਾਂ ਇਹਦੇ ਵਿੱਚ ਕੀ ਨਵਾਂ ਕਰਨਾ ਹੈ, B ਤੋਂ ਸਾਹਮਣੇ ਵਾਲੀ ਸਾਈਡ 'ਤੇ ਕਿਸ 'ਤੇ ਕर्ण 'ਤੇ ਇੱਕ ਆਪਾਂ ਲੰਬ ਖਿੱਚਣਾ ਹੈ BD। ਤਾਂ ਇੱਥੇ ਲਿਖਾਂਗੇ BD ਲੰਬ AC ਖਿੱਚੋ। ਇੰਗਲਿਸ਼ 'ਚ ਲਿਖੋਗੇ, ਇੱਥੇ ਡਰਾ ਸ਼ਬਦ ਲਿਖ ਦਿਓ। ਡਰਾ BD ਪਰਪੈਂਡੀਕੂਲਰ ਔਨ AC। ਕਲੀਅਰ ਹੈ ਬੇਟਾ। ਹੁਣ ਆਪਾਂ ਚੱਲਦੇ ਹਾਂ ਇਸ ਦੇ ਪ੍ਰੂਫ ਵੱਲ। ਸਬੂਤ। ਠੀਕ ਹੈ, ਤਾਂ ਪ੍ਰੂਫ ਦੇ ਵਿੱਚ ਸਭ ਤੋਂ ਸਟਾਰਟਿੰਗ ਯਾਦ ਰੱਖਣੀ ਹੈ ਕਿ ਅਸੀਂ ਜੋ ਇਸ ਰਾਈਟ ਟ੍ਰਾਇੰਗਲ ਦੇ ਵਿੱਚ ਆ ਦੋ ਛੋਟੀਆਂ ਰਾਈਟ ਟ੍ਰਾਇੰਗਲਸ ਬਣ ਰਹੀਆਂ। ਰਾਈਟ ਕਿਉਂ, ਕਿਉਂਕਿ ਇੱਥੇ ਆਪਾਂ 90 ਦਾ ਕੋਣ ਲਿੱਤਾ। ਠੀਕ ਹੈ, ਤਾਂ ਇਹਨੂੰ ਆਪਾਂ ਇਸ ਵੱਡੀ ਟ੍ਰਾਇੰਗਲ ਦੇ ਸਿਮਿਲਰ ਕਰਨਾ। ਡਰਨ ਦੀ ਲੋੜ ਨਹੀਂ ਹੈ। ਇੱਕ ਛੋਟੀ ਟ੍ਰਾਇੰਗਲ ਲੈਣੀ ਹੈ, ਇੱਕ ਪੂਰੀ ਵੱਡੀ ਟ੍ਰਾਇੰਗਲ ਲੈਣੀ ਹੈ। ਤਾਂ ਮੈਨੇ ਇਸ 'ਤੇ ਟਿੱਕ ਲਗਾਈ ਹੈ, ਤਾਂ ਮੈਂ ਪਹਿਲਾਂ ਛੋਟੀ ਟ੍ਰਾਇੰਗਲ ਲੈ ਰਹੀ ਹਾਂ BDC। ਤਾਂ ਇੱਥੇ ਲਿਖਾਂਗੇ ਇਨ ਟ੍ਰਾਇੰਗਲ BDC ਐਂਡ ਟ੍ਰਾਇੰਗਲ ABC। ਤੇ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਬੇਟਾ, ਸਿਮਿਲਰ, ਸਮਰੂਪ। ਸਮਰੂਪ ਕਿਵੇਂ ਹੁੰਦਾ ਹੈ, ਉਹਦੀ ਇੱਕ ਜਿਹੜੀ ਰੂਲ ਹੈ, ਜਾਂ ਤਾਂ ਤਿੰਨੇ ਕੋਣ ਬਰਾਬਰ ਕਰ ਦਿਓ, ਜੇ ਤਿੰਨ ਨਹੀਂ ਲੱਭ ਰਹੇ ਤਾਂ ਦੋ ਕੋਣ ਬਰਾਬਰ ਕਰ ਦਿਓ, ਤੀਜਾ ਆਟੋਮੈਟਿਕਲੀ ਬਰਾਬਰ ਹੋਊਗਾ। ਕਿਉਂ, ਕਿਉਂਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ 180। ਠੀਕ ਹੈ, ਤਾਂ ਹੁਣ ਆਪਾਂ ਇਸ ਤਿਕੋਣ ਤੇ ਪੂਰੀ ਵੱਡੀ ਤਿਕੋਣ ਦੇ ਵਿੱਚ ਦੋ ਕੋਣ ਲੱਭਦੇ ਹਾਂ ਜਿਹੜੇ ਬਰਾਬਰ ਹੋਣ। ਠੀਕ ਹੈ, ਤਾਂ ਕਿਹੜੇ ਕਿਹੜੇ ਕੋਣ ਬਰਾਬਰ ਹੋ ਸਕਦੇ ਨੇ, ਦੇਖੋ ਇਸ ਟ੍ਰਾਇੰਗਲ ਦੇ ਉੱਪਰ ਜਦੋਂ ਆਪਾਂ ਐਵੇਂ ਘੁੰਮ ਰਹੇ ਹਾਂ ਤੇ ਉਸ ਤੋਂ ਬਾਅਦ ਆਪਾਂ ਇਸ ਵੱਡੀ ਟ੍ਰਾਇੰਗਲ ਦੇ ਉੱਪਰ ਘੁੰਮ ਰਹੇ ਹਾਂ ਤਾਂ ਆਪਾਂ ਨੂੰ ਲੱਗ ਰਿਹਾ ਕਿ ਇਹ C ਬਾਰ-ਬਾਰ ਆ ਰਿਹਾ ਹੈ, ਦੋਨੋਂ ਵਾਰ ਆ ਰਿਹਾ ਹੈ, ਤਾਂ ਇਹਦਾ ਮਤਲਬ ਇਹ ਸਾਂਝਾ ਕੋਣ ਹੈ। ਤਾਂ ਇੱਥੇ ਲਿਖ ਦਾਂਗੇ ਕੋਣ C ਇਜ਼ ਇਕੁਅਲ ਟੂ ਕੋਣ C। ਤੇ ਇੱਥੇ ਕਿਉਂ ਲਿਖਾਂਗੇ, ਇਹ ਹੈਗਾ ਜੀ ਆਪਣਾ ਕਾਮਨ ਐਂਗਲ। ਪੰਜਾਬੀ ਦੇ ਵਿੱਚ ਲਿਖ ਦੋਗੇ ਸਾਂਝਾ ਕੋਣ।
ठीक है बेटा। हुण दूजा आपां लभना है। फस्ट जिहड़ी वड्डी ट्रायंगल है ਉਹਦੇ ਵਿੱਚ बी कोण 90 डिग्री ਦਾ, ਜਿਹੜੀ ਆਪਾਂ ਇਹ ਛੋਟੀ ट्रायंगल ਲਿੱਤੀ ਹੈ ਉਹਦੇ ਵਿੱਚ ਦਿਸ ਵਨ ਇਹ ਵਾਲਾ ਕੋਣ 90 डिग्री ਦਾ। ਜੇ ਤਾਂ ਇਹਨੂੰ ਐਵੇਂ ਲਿਖੋਗੇ ਫਿਰ ਬੀ ਡੀ ਸੀ ਨਾਮ ਦੇਣਾ ਪਊਗਾ। ਮੈਂ ਇਹਨੂੰ ਸੌਖਾ ਕਰ ਦਿੰਦੀ ਹੁੰਦੀ ਹਾਂ, ਇੱਥੇ 1 ਨੰਬਰ ਦੇ ਦਿੰਦੀ ਹਾਂ। ਤਾਂ ਆਪਾਂ ਲਿਖਾਂਗੇ ਕੋਣ ਬੀ ਹੈ ਜਿਹੜਾ ਉਹ ਕੋਣ 1 ਦੇ ਬਰਾਬਰ ਹੈ। ਇਹਦਾ ਰੀਜ਼ਨ ਕੀ ਲਿਖੋਗੇ ਵੀ ਇਹ ਦੋਨੋਂ 90 डिग्री ਦੇ ਨੇ, ਬੋਥ 90। ठीक है, इन्ना क्लीयर हो गया। हुण आपां दो कोण बराबर करते दोनों त्रिकोणां दे, तो फिर किहड़ी अपने कोल नियम लग गया, बाय ए सिमिलैरिटी क्राइटेरिया। किवें पंजाबी च लिखांगे, ए समरूपता नियम अनुसार दोनों त्रिकोणा की हो गई बेटा जी समरूप। तो पहला वड्डी त्रिकोण का नाम लिख लो ABC। हुण इहदे कॉरसपोंडिंग लिखना है। कॉरसपोंडिंग मतलब जिहड़ा इस नाम का दूसरी ट्रायंगल दे विच इक्वल चीज़ है वो उस थां ते रखनी है। जिवें देखो जिहड़ा B कोण है वो 90 का सी वड्डी त्रिकोण का, तो छोटी त्रिकोण का किहड़ा कोण 90 का है D। तो जिथे B लिखिया उत्थे आपां D लिखांगे, मतलब सेंटर च। C कोण जिहड़ा सी वो साझा सी, तो C की थां ते C लिखांगे ऐदां भी थर्ड प्लेस ते सी आ गया। तो इत्थे फस्ट प्लेस ते किहड़ा आ जाऊगा ऑटोमैटिकली बी। तो दोनों आपां सिमिलर लिखते। हुण सिमिलर तो बाद बेटा जदों आपां समरूपता दे नियम की गल करदे हां, तो जदों ट्रायंगल्स जिहड़ियां ने वो समरूप हो जांदियां ने तां उहनां दियां भुजावां दा जिहड़ा अनुपात है वो बराबर हो जाता है। ठीक है, भुजावां दा अनुपात मतलब उपरले पासे आपां वड्डी त्रिकोण दियां तीनों भुजावां लिख लियां, हेठले पासे आपां छोटी त्रिकोण दियां तीनों भुजावां लिख लियां, तो ये अनुपात की होणगे बराबर। ये बेटा मैं सिंबल बनाए ने जस्ट समझाउण लई। ठीक है, तो हुण इत्थे इसे ढंग नूं लिखना आपां, पर एक ट्रिक दे जरिए, ताकि वो बहुत समय तक आपां नूं याद रहे दिमाग दे विच। किद्दां तुसीं देखो बेटा, एक तुसीं वड्डी त्रिकोण लित्ती सी, एक ये छोटी त्रिकोण लित्ती सी, तो इहदे विच ये जिहड़ी साइड है BC, ठीक है, ये पूरी त्रिकोण की भी साइड है तो छोटी त्रिकोण की भी साइड है, तो सानूं इत्थे चाहीदी भी है। तो इनू आपां इस ढंग नाल लिखना है कि क्रॉस होके BC स्केयर मतलब आह वाली बन जाए। ठीक है, हुण एक पासे जिहड़ियां दो साइडां रह गईयां, दो खाली थावां रह गईयां, एक च तां पूरा करण लिख देना है, एक च करण दा वो हिस्सा जिहड़ा छोटी ट्रायंगल दे विच आया। हुण इहनूं मैथेमैटिकली समझो, उपर मैं छोटिया त्रिकोणां दा लिखिया, जे छोटी त्रिकोण दा मैं BC लिखदी हां तां वो करण है, देखो। ठीक है, 90 के सामने वाली साइड ਉਹਦੇ बटे मैं वड्डी का कारण ही लिखिया। ठीक है, हुण ये DC सी, हुण ये लंब सी कि आधार सी, आधार मान लिया। ठीक है, क्योंकि लंब तो आप ड्रॉ किया सी, तो छोटी का आधार किहड़ा सी BC। तो उस ढंग नाल आपां इसनूं लिख लिया। क्रॉस मल्टीप्लाई करो, BC स्केयर बराबर है AC गुणा DC, इनू नंबर दे दो 1। हुण आपां कहांगे भी इसे तरह सिद्ध कर सकते हाँ। पंजाबी च लिखो, इंग्लिश च लिखोगे सिमिलरली वी कैन प्रूव। की प्रूव कर सकते हैं जी, जिहड़ी वड्डी ट्रायंगल है वो सिमिलर है इस उपर वाली छोटी ट्रायंगल दे भी। ठीक है, तो वह नाम थोड़ा ध्यान नाल लिखियो। ए कॉमन आऊगा, वो साझा कोण दोनों के है ना, ए की थां ते ए लिखा गया। B 90 सी तो उत्थे उधर वाला D ही आऊगा क्योंकि उस ते 90 है, तो ADB ये नाम आ जाऊगा। ठीक है, दोनों त्रिकोणा हो गया जी समरूप। हुण आपां भुजावां दा अनुपात लिखना है बाय ट्रिक। तो ये देखो छोटी त्रिकोण दे विचों किहड़ी साइड है जो पूरी आ रही है, हाँ जी वो AB है, तो आपां नूं इत्थे चाहीदी भी है, तो इत्थे आपां लिखांगे AB, इधर भी आपां लिखांगे AB। फिर पूरी ट्रायंगल, पूरी करण, ठीक है, पूरा करण ते जिहड़ा करण दा हिस्सा थोड़ी ट्रायंगल दे विच आया मतलब AD। सौखा लगन लग गया ना हुण भुजावां दा अनुपात लिखना। कर आपां मैथेमैटिकली ही रहे हैं बेटा, पर मैं तुहानूं 10 ट्रिक नाल रही हाँ। ठीक है, करिया आपां ही है। देखो AB की चीज़ है, हुणे वड्डी त्रिकोण दा लंब हैगा। ठीक है, तो AC इत्थे आपां AD लिख सकते हैं, वड्डी त्रिकोण तो बाद आपां छोटी त्रिकोण लिख सकते हैं। ठीक है, इनू थोड़ा ऐ चेंज कर सकते हैं। वड्डी त्रिकोण की जो साइड लित्ती आपां AB, तो दूजी का किहड़ा ले लिया AD। जे पूरी AC लित्ती है तो यदा 90 के सामने वाला किहड़ा ले लिया AB, करण के नीचे करण है। ठीक है जी, तो इनू क्रॉस मल्टीप्लाई करो,
AB ਸਕੇਅਰ ਬਰਾਬਰ ਹੈ AD ਗੁਣਾ AC। ਇਹਨੂੰ ਨੰਬਰ ਦੇ ਦਿਓ ਬੇਟਾ ਜੀ 2। ਹੁਣ ਇਹ 1 ਤੇ 2 ਰਿਜ਼ਲਟਸ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਲੈਫਟ ਸਾਈਡ ਤੇ ਉਹੀ ਦੋ ਚੀਜ਼ਾਂ ਆ ਰਹੀਆਂ ਨੇ ਜੋ ਆਪਾਂ ਨੂੰ ਇੱਥੇ ਚਾਹੀਦੀਆਂ ਨੇ। ਠੀਕ ਹੈ, ਇਹਨਾਂ ਦੇ ਵਿਚਾਲੇ ਕਾਹਦੀ ਨਿਸ਼ਾਨੀ ਹੈ? ਪਲੱਸ ਦੀ। ਇਹਦਾ ਮਤਲਬ ਆਪਾਂ ਆਪਣੇ 1 ਤੇ 2 ਰਿਜ਼ਲਟ ਨੂੰ ਬੇਟਾ ਐਡ ਕਰਨਾ ਹੈ। ਤਾਂ ਇੱਥੇ ਲਿਖੋ ਐਡਿੰਗ 1 ਐਂਡ 2 ਵੀ ਗੈਟ। ਪੰਜਾਬੀ 'ਚ ਲਿਖੋਗੇ 1 ਅਤੇ 2 ਨੂੰ ਜੋੜਨ ਤੇ। ਤਾਂ ਜੋੜਨ ਤੇ ਸਾਨੂੰ ਕੀ ਮਿਲ ਰਿਹਾ ਬੇਟਾ? ਲੈਫਟ ਸਾਈਡ ਜੋੜਾਂਗੇ ਤਾਂ BC ਸਕੇਅਰ ਪਲੱਸ AB ਸਕੇਅਰ। ਰਾਈਟ ਜੋੜਾਂਗੇ ਤਾਂ ਰਾਈਟ ਦਾ ਪਹਿਲਾ ਹਿੱਸਾ ਕੀ ਹੈ? ਦੇਖੋ AC ਮਲਟੀਪਲਾਈ DC ਪਲੱਸ ਇੱਥੇ ਕੀ ਹੈ? AD ਮਲਟੀਪਲਾਈ AC। ਜੋ ਰਾਈਟ ਸਾਈਡ ਹੈ ਉਹਦੇ ਵਿੱਚ ਦੋ ਟਰਮਸ ਆ ਰਹੀਆਂ ਨੇ ਜਿਨ੍ਹਾਂ ਵਿੱਚ AC ਜਿਹੜਾ ਹੈ ਉਹ ਕਾਮਨ ਹੈ, ਤਾਂ ਉਹਨੂੰ ਕਾਮਨ ਕੱਢ ਲਓ। ਫਸਟ ਕੋਲ ਕੀ ਰਹਿ ਗਿਆ? DC। ਸੈਕਿੰਡ ਕੋਲ ਕੀ ਰਹਿ ਗਿਆ? AD। ਮਤਲਬ ਰਹਿ ਗਿਆ ਮਤਲਬ AC ਕਾਮਨ ਕੱਢਣ ਤੋਂ ਬਾਅਦ। ਹੁਣ ਫਿਗਰ ਨੂੰ ਧਿਆਨ ਨਾਲ ਦੇਖੋ। DC ਦੇ ਵਿੱਚ ਜਦੋਂ ਆਪਾਂ AD ਐਡ ਕਰਨੀ ਹੈ ਤਾਂ AD ਪਲੱਸ DC ਕੀ ਬਣ ਗਿਆ? AC। ਤਾਂ ਇਹਦੀ ਥਾਂ 'ਤੇ ਆਪਾਂ ਲਿਖ ਦਾਂਗੇ AC। ਹੁਣ AC ਨੂੰ AC ਨਾਲ ਮਲਟੀਪਲਾਈ ਕਰੋਗੇ ਤਾਂ ਉਹ ਕੀ ਬਣ ਜਾਏਗਾ? AC ਸਕੇਅਰ। ਠੀਕ ਹੈ ਜੀ। ਤਾਂ ਆਪਾਂ ਹੁਣ ਕੀ ਪ੍ਰੂਫ ਕਰਤਾ? ਦੇਖੋ ਬੇਟਾ ਕੀ ਪ੍ਰੂਫ ਕਰਤਾ ਆਪਾਂ, ਇਸ ਦੇ ਨਾਲ ਹੀ ਚੱਲਦੇ ਹਾਂ। BC ਸਕੇਅਰ ਪਲੱਸ AB ਸਕੇਅਰ ਇਜ਼ ਇਕੁਅਲ ਟੂ AC ਸਕੇਅਰ। ਤਾਂ ਧਿਆਨ ਨਾਲ ਦੇਖੋ, ਟੂ ਪ੍ਰੂਫ ਦੇ ਵਿੱਚ ਵੀ ਆਪਾਂ ਇਹੀ ਲਿਖਿਆ ਸੀ, ਤਾਂ ਇੱਥੇ ਆਪਾਂ ਕੀ ਲਿਖ ਦਾਂਗੇ? ਹੈਂਜ਼ ਪ੍ਰੂਵਡ, ਸਿੱਧ ਹੋ ਗਿਆ। ਠੀਕ ਹੈ ਜੀ। ਤਾਂ ਇਹ ਸੀ ਬੇਟਾ ਤੁਹਾਡੀ ਥਿਓਰਮ, ਪਾਇਥਾਗੋਰਸ ਥਿਓਰਮ, ਜਿਹਨੂੰ ਮੈਂ ਬਹੁਤ ਸੌਖੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਨੂੰ ਪੂਰੀ ਆਸ ਹੈ ਵੀ ਤੁਹਾਨੂੰ ਇਹ ਸਮਝ ਆ ਵੀ ਗਈ ਹੋਊਗੀ। ਠੀਕ ਹੈ ਜੀ। ਵੀਡੀਓ ਪਸੰਦ ਆਈ ਹੋਵੇ, ਥਿਓਰਮ ਚੰਗੀ ਤਰ੍ਹਾਂ ਸਮਝ ਆ ਗਈ ਹੋਵੇ ਤਾਂ ਕੀ ਕਰ ਦੇਣਾ ਬੇਟਾ ਜੀ? 1 ਲਾਈਕ। ਅਤੇ ਹਾਲੇ ਤੱਕ ਜੇ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੇਟਾ, ਕਿਉਂਕਿ ਟਰਮ 2 ਪੇਪਰ ਆ ਰਹੇ ਨੇ ਬਸ ਮਾਰਚ ਦੇ ਵਿੱਚ, ਆਪਾਂ ਤਿਆਰੀ ਸ਼ੁਰੂ ਕਰਨੀ ਹੈ। ਠੀਕ ਹੈ ਜੀ। ਬਾਏ ਬੇਟਾ।